ਹੈਲੋ ਪਿਆਰੇ ਬੱਚਿਓ, ਤੁਹਾਡਾ ਸਵਾਗਤ ਹੈ। ਪੰਜਵੀਂ ਕਲਾਸ ਦੇ ਜਿੰਨੇ ਵੀ ਵਿਦਿਆਰਥੀ ਨੇ ਉਹ ਗਣਿਤ ਦੀ ਪੁਸਤਕ ਦੇ ਪੇਜ ਨੰਬਰ 66 'ਤੇ ਪਹੁੰਚ ਜਾਣ ਜੀ। ਪੇਜ ਨੰਬਰ 66  'ਤੇ ਅੱਜ ਅਸੀਂ ਜਿਸਤ ਅਤੇ ਟਾਂਕ ਸੰਖਿਆਵਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਪਿਆਰੇ ਵਿਦਿਆਰਥੀਓ ਅਤੇ ਜਿੰਨੇ ਵੀ ਅਧਿਆਪਕ ਸਾਥੀ ਇਸ ਵੀਡੀਓ ਨਾਲ ਜੁੜੇ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਮਾਪਿਆਂ ਦਾ ਵੀ ਸਵਾਗਤ ਹੈ ਜਿਹੜੇ ਬੱਚਿਆਂ ਦੇ ਨਾਲ ਬੈਠ ਕੇ ਉਹਨਾਂ ਨੂੰ ਕੰਮ ਕਰਵਾ ਰਹੇ ਨੇ। ਸੋ ਮੇਰੀ ਬੇਨਤੀ ਹੈ ਕਿ ਇਕਾਂਤ 'ਚ ਹੋ ਕੇ ਬੈਠ ਕੇ ਆਪਣੇ ਪੇਜ ਨੰਬਰ 66 ਨੂੰ ਕੱਢ ਲੈਣਾ ਹੈ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਬੱਚਿਓ ਕਿ ਪਿਛਲੇ ਵੀਡੀਓ ਦੇ ਵਿੱਚ ਜਿਹੜੀ ਗਣਿਤ ਦੀ ਵੀਡੀਓ ਆਪਾਂ ਕੀਤੀ ਸੀ ਉਹਦੇ ਵਿੱਚ ਮੈਂ ਬੱਚਿਆਂ ਨਾਲ ਸਾਂਝਾ ਕੀਤਾ ਸੀ ਕਿ ਕਿਵੇਂ ਗੁਣਜ ਅਤੇ ਗੁਣਨਖੰਡ ਦਾ ਪਤਾ ਲਗਾਇਆ ਜਾਂਦਾ ਹੈ। ਅਸਲ ਦੇ ਵਿੱਚ ਇਹ ਹੁੰਦੀ ਕੀ ਹੈ ਅਤੇ ਇਹਨਾਂ ਨੂੰ ਹੱਲ ਕਿਸ ਤਰ੍ਹਾਂ ਕਰੀਦਾ, ਗੁਣਨਖੰਡ ਕਿਸ ਤਰ੍ਹਾਂ ਬਣਾਈਦੇ ਨੇ ਅਤੇ ਗੁਣਜ ਦਾ ਨਿਰਮਾਣ ਕਿਸ ਤਰ੍ਹਾਂ ਹੁੰਦਾ ਹੈ, ਗੁਣਜ ਕਿਸ ਤਰ੍ਹਾਂ ਬਣਦਾ ਹੈ। ਸੋ ਪਿਆਰੇ ਬੱਚਿਓ, ਅੱਜ ਅਸੀਂ ਇਸ ਤੋਂ ਅੱਗੇ ਜਿਹੜੀ ਲੜੀ ਦੇ ਵਿੱਚ ਇਹ ਸਭ ਕੁਝ ਕਰ ਰਹੇ ਹਾਂ ਉਸ ਲੜੀ ਦਾ ਨਾਮ ਦੱਸਣ ਜਾ ਰਹੇ ਹਾਂ। ਉਹ ਹੈ ਲਘੁੱਤਮ ਸਮਾਵਰਤਕ ਅਤੇ ਮਹੱਤਮ ਸਮਾਵਰਤਕ। ਸੋ ਪਿਆਰੇ ਬੱਚਿਓ, ਜਿਸਤ ਅਤੇ ਟਾਂਕ ਸੰਖਿਆਵਾਂ ਬਾਰੇ ਸ਼ੁਰੂ ਕਰਦੇ ਹਾਂ। ਬੱਚਿਓ ਤੁਸੀਂ ਬਚਪਨ ਦੇ ਵਿੱਚ ਸ਼ਾਇਦ ਮੈਂ ਜੇ ਗਲਤ ਨਾ ਹੋਵਾਂ ਤਾਂ ਤੁਹਾਨੂੰ ਯਾਦ ਹੋਵੇ, ਤੁਸੀਂ ਜਿਹੜੇ ਮਾਰਬਲ ਹੈ, ਬਰੰਟੇ ਹੈ, ਜਿਸ ਨੂੰ ਅਸੀਂ ਛੋਟੇ ਛੋਟੇ ਮਾਰਬਲ ਕਹਿੰਦੇ ਹਾਂ, ਉਹ ਤੁਸੀਂ ਖੇਡੇ ਹੋਣੇ ਆ। ਔਰ ਤੁਸੀਂ ਕੱਲੀ ਜੋਟਾ ਵੀ ਖੇਲਿਆ ਹੋਵੇਗਾ। ਸਭ ਤੋਂ ਮਸ਼ਹੂਰ ਖੇਡ ਸਾਡੇ ਵੇਲੇ 'ਤੇ ਉਹ ਹੁੰਦੀ ਸੀ। ਅਗਰ ਤੁਸੀਂ ਉਹ ਖੇਡ ਅੱਜ ਖੇਡਦੇ ਹੋ ਤਾਂ ਬੜੀ ਵਧੀਆ ਗੱਲ ਹੈ, ਨਹੀਂ ਤੁਸੀਂ ਆਪਣੇ ਪਿਤਾ ਜੀ ਕੋਲ ਪੁੱਛ ਸਕਦੇ ਹੋ, ਕਿਉਂਕਿ ਜੋ ਸਾਡੀ ਉਮਰ ਦੇ ਤੁਹਾਡੇ ਪਿਤਾ ਜੀ ਹਨ ਜਾਂ ਸਾਡੀ ਉਮਰ ਤੋਂ ਥੋੜ੍ਹੇ ਜਿਹੇ 1-2 ਸਾਲ ਵੱਧ ਘੱਟ ਹੋਣਗੇ, ਉਹਨਾਂ ਨੇ ਕੱਲੀ ਅਤੇ ਜੋਟਾ ਖੇਲਿਆ ਹੋਵੇਗਾ। ਉਹਦੇ ਵਿੱਚ ਕੀ ਹੁੰਦਾ ਸੀ ਬੱਚਿਓ ਕਿ ਸਭ ਤੋਂ ਪਹਿਲਾਂ ਇਕੱਠੇ ਬਰੰਟੇ ਜਿਹੜੇ ਹੈ, ਮਾਰਬਲ ਜਿਹੜੇ ਹੈ, ਉਹ ਦੋਨਾਂ ਹੱਥਾਂ 'ਚ ਖੜਕਾ ਲਏ ਜਾਂਦੇ ਸੀ। ਔਰ ਖੜਕਾ ਕੇ ਇੱਕ ਹੱਥ ਵਿੱਚ, ਇੱਕ ਮੁੱਠ ਵਿੱਚ ਕੁਛ ਮਾਰਬਲ ਭਰ ਲਏ ਜਾਂਦੇ ਸੀ ਔਰ ਉਸਨੂੰ ਥੱਲੇ ਜ਼ਮੀਨ ਨਾਲ ਲਗਾ ਲਿਆ ਜਾਂਦਾ ਸੀ ਉਸ ਮੁੱਠ ਨੂੰ। ਔਰ ਬੁੱਝਣ ਲਈ ਕਿਹਾ ਜਾਂਦਾ ਸੀ ਕਿ ਕੱਲੀ ਕਿ ਜੋਟਾ। ਸੋ ਅਗਰ ਤੇ ਕੱਲੀ ਹੁੰਦੀ ਤਾਂ ਕੱਲੀ ਦਾ ਮਤਲਬ ਇਹ ਸੀ ਕਿ ਮੰਨ ਲਓ ਸਪੋਜ਼ ਕਰੋ ਇਸ ਤਰ੍ਹਾਂ ਬਰੰਟੇ ਨੇ, ਸਾਡੇ ਮੁੱਠ ਵਿੱਚ ਇੰਨੇ ਬਰੰਟੇ ਨੇ, ਠੀਕ ਹੈ। ਜਦੋਂ ਇਸ ਬਰੰਟੇ ਖੋਲ੍ਹੇ ਤਾਂ ਜਿੰਨੇ ਬੁੱਝੇ ਉਹਨੇ ਨਾਲ ਮੇਰੇ ਗਿਣਨੇ ਸ਼ੁਰੂ ਕਰਤੇ। ਮੈਂ ਇਹਦੇ ਜੋੜੇ ਬਣਾਉਣੇ ਸ਼ੁਰੂ ਕਰ ਦਿੱਤੇ। ਜੋੜੇ ਕਿਸ ਤਰ੍ਹਾਂ ਬਣਾਏ? ਜੋੜੇ ਬਣਾਏ ਮੈਂ 1 ਜੋੜਾ, 2 ਜੋੜੇ, 3 ਜੋੜੇ, 4 ਜੋੜੇ, ਲੇਕਿਨ 5ਵਾਂ ਜੋੜਾ ਨਹੀਂ ਸੀ ਬਣਦਾ ਕਿਉਂਕਿ ਇਕੱਲਾ ਰਹਿ ਜਾਂਦਾ ਸੀ। ਜਦੋਂ ਇਹ ਇਕੱਲਾ ਰਹਿ ਜਾਂਦਾ ਸੀ ਤਾਂ ਅਸੀਂ ਇਸ ਨੂੰ ਕੱਲੀ ਕਹਿੰਦੇ ਸਾਂ, ਠੀਕ ਹੈ। ਇਕੱਲੀ ਜਾਂ ਕੱਲੀ ਵੀ ਕਹਿ ਦਿੰਦੇ ਸਾਂ, ਕਿਉਂਕਿ ਅਸੀਂ ਜਦੋਂ ਬੋਲਦੇ ਸਾਂ ਤਾਂ ਇਸ ਨੂੰ ਕੱਲੀ ਹੀ ਬੋਲਦੇ ਸੀ। ਔਰ ਜਦੋਂ ਅਸੀਂ ਜੋੜੇ ਦੀ ਗੱਲ ਕਰਦੇ ਸੀ ਤਾਂ ਇਸ ਨੂੰ ਜੋਟਾ ਬੋਲਦੇ ਸੀ, ਜੋਟਾ, ਠੀਕ ਹੈ। ਔਰ ਇਹਦਾ ਮਤਲਬ ਇਹ ਸੀ ਜੋਟੇ ਦਾ ਜਾਂ ਜੋੜੇ ਦਾ ਕਿ ਅਸੀਂ ਅਗਰ ਮੁੱਠ ਦੇ ਵਿੱਚ ਜਿੰਨੇ ਵੀ ਮਾਰਬਲ ਬਰੰਟੇ ਲਏ, ਅਗਰ ਉਹਨਾਂ ਦੇ ਵਿੱਚ ਪੂਰੇ ਜੋੜੇ ਬਣ ਜਾਣ, ਜਿਸ ਤਰ੍ਹਾਂ ਅਗਰ ਇਹਦਾ ਵੀ ਜੋੜਾ ਬਣ ਜਾਂਦਾ ਹੋਵੇ, ਇੱਕ ਬਰੰਟਾ ਹੋਰ ਹੋਵੇ, ਇੱਕ ਮਾਰਬਲ ਹੋਰ ਹੋਵੇ, ਤਾਂ ਉਹ ਜੋੜਾ ਗਿਣਿਆ ਜਾਂਦਾ ਸੀ। ਅਗਰ ਬੁੱਝਣ ਵਾਲਾ ਬੁੱਝ ਲੈਂਦਾ ਸੀ ਕਿ ਇਹ ਜੋੜਾ ਹੈ ਜਾਂ ਇਹ ਇਕੱਲੀ ਹੈ ਤਾਂ ਉਸ ਨੂੰ ਬਰੰਟੇ ਉਹਦੇ ਇਵਜ਼ 'ਚ ਦੇਣੇ ਪੈਂਦੇ ਸੀ, ਉਹ ਜਿੱਤ ਜਾਂਦਾ ਸੀ। ਜਿੰਨੇ ਬਰੰਟਿਆਂ ਦੀ, ਜਿੰਨੇ ਮਾਰਬਲ ਦੀ ਜਿੱਤ ਰੱਖੀ ਹੁੰਦੀ ਸੀ, ਬੁੱਝਣ 'ਤੇ ਅਗਰ 2 ਦੇਣੇ ਸੀ ਤਾਂ 2 ਦੇਣੇ ਪੈਂਦੇ ਸੀ। ਅਗਰ ਬੁੱਝਣ 'ਤੇ 5 ਰੱਖਿਆ ਤਾਂ 5 ਦੇਣੇ ਪੈਂਦੇ ਸੀ। ਅਗਰ ਬੁੱਝਣ 'ਤੇ 1 ਰੱਖਿਆ ਸੀ ਤਾਂ 1 ਦੇਣਾ ਪੈਂਦਾ ਸੀ। ਸੋ ਇਸ ਨੂੰ ਅਸੀਂ ਇਕੱਲੀ ਅਤੇ ਜੋੜਾ ਕਹਿੰਦੇ ਸੀ। ਆਓ ਅਸੀਂ ਹੁਣ ਇਸ ਗਣਿਤ ਦੇ ਵਿੱਚ, ਇਸ ਵਿਸ਼ੇ ਦੇ ਵਿੱਚ ਜਾਣੀਏ ਕਿ ਕੱਲੀ ਅਤੇ ਜੋਟਾ ਮਤਲਬ ਜਿਸਤ ਅਤੇ ਟਾਂਕ ਸੰਖਿਆਵਾਂ ਕੀ ਹਨ। ਬਹੁਤ ਸੌਖਾ ਹੈ ਬੱਚਿਓ ਇਸ ਨੂੰ ਸਮਝਣਾ। ਜਦੋਂ ਮੈਂ ਇਕੱਲੀ ਦੀ ਗੱਲ ਕਰਦਾ ਹਾਂ ਤਾਂ ਇਸ ਨੂੰ ਟਾਂਕ ਸੰਖਿਆ ਕਹਿ ਦਿੰਦਾ ਹਾਂ। ਜਦੋਂ ਮੈਂ ਜੋਟੇ ਦੀ ਗੱਲ ਕਰਦਾ ਤਾਂ ਇਸ ਨੂੰ ਜਿਸਤ ਸੰਖਿਆ ਕਹਿ ਦਿੰਦਾ ਹਾਂ। ਯਾਦ ਰੱਖਣ ਵਾਲੀ ਗੱਲ ਹੈ, ਫਿਰ ਤੋਂ ਨੋਟ ਕਰ ਲਓ। ਜਦੋਂ ਮੈਂ ਕੱਲੀ ਕਹਿ ਦਿੰਦਾ ਸਾਂ ਤਾਂ ਇਸ ਨੂੰ ਟਾਂਕ ਸੰਖਿਆ ਬੋਲਦਾ ਸੀ, ਔਰ ਅਗਰ ਜੋਟਾ ਕਹਾਂ ਤਾਂ ਇਸ ਨੂੰ ਜਿਸਤ ਸੰਖਿਆ ਕਿਹਾ ਜਾਂਦਾ ਹੈ, ਠੀਕ ਹੈ ਬੱਚਿਓ। ਹੁਣ ਅੱਗੇ ਚੱਲਦੇ ਹਾਂ। ਕਾਫੀ ਕੁਝ ਤੁਹਾਨੂੰ ਸਮਝ ਆ ਗਿਆ ਹੋਣਾ, ਕਿਉਂਕਿ ਤੁਹਾਨੂੰ ਮੁਸ਼ਕਿਲ ਨਹੀਂ ਆਵੇਗੀ ਅੱਗੇ ਕੰਮ ਕਰਨ ਦੇ ਵਿੱਚ।
ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਬੇਸਿਕ ਗੱਲਾਂ ਨੂੰ ਸਮਝ ਲਓਗੇ। ਸੋ ਹੁਣ ਤੁਹਾਡੇ ਸਾਹਮਣੇ ਦੋ ਤਰ੍ਹਾਂ ਦੇ ਆਇਤਕਾਰ ਸ਼ਕਲਾਂ ਤਸਵੀਰਾਂ ਤੁਹਾਨੂੰ ਸਾਹਮਣੇ ਨਜ਼ਰ ਆ ਰਹੀਆਂ ਨੇ। ਇਹਦੇ ਵਿੱਚ ਦੇਖਣਾ ਹੈ ਕਿ ਇੱਕ 'ਚ ਮੈਂ 7 ਸੰਖਿਆ ਲਿਖਾਂਗਾ ਅਤੇ ਦੂਜੇ 'ਚ 6 ਸੰਖਿਆ ਲਿਖਾਂਗਾ, ਅਤੇ ਤੁਸੀਂ ਦੱਸਣਾ ਹੈ ਕਿ ਕਿਹਦੇ ਵਿੱਚ ਜੋਟਾ ਹੈ ਅਤੇ ਕਿਹਦੇ 'ਚ ਇਕੱਲੀ ਹੈ, ਜਾਂ ਕਿਹਦੇ 'ਚ ਜਿਸ ਸੰਖਿਆ ਅਤੇ ਕਿਹਦੇ 'ਚ ਟਾਂਗ ਸੰਖਿਆ। ਠੀਕ ਹੈ, ਮੰਨ ਲਓ ਮੈਂ ਪਹਿਲੇ ਵਿੱਚ 7 ਜਿਹੜੇ ਹੈ ਉਹ ਅੰਕਿਤ ਕਰਦਾ ਹਾਂ। 1 2 3 4 5 6 7। ਦੂਸਰੇ ਵਿੱਚ ਮੈਂ 6 ਕਰਦਾ ਹਾਂ। 1 2 3 4 5 6। ਦੱਸੋ ਇਕੱਲੀ ਜਿਸ ਕਿਹੜੇ ਪਾਸੇ ਹੈ ਅਤੇ ਟਾਂਗ ਕਿਹੜੇ ਪਾਸੇ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਜਿਸ ਸੰਖਿਆ ਜਿਹੜੀ ਹੈ ਉਹਦੇ ਵਿੱਚ ਜੋੜੇ ਬਣਦੇ ਨੇ ਅਤੇ ਟਾਂਗ ਸੰਖਿਆ ਦੇ ਵਿੱਚ ਜੋੜੇ ਨਹੀਂ ਬਣਦੇ, ਕੋਈ ਨਾ ਕੋਈ ਇੱਕ ਸੰਖਿਆ ਇਕੱਲੀ ਰਹਿ ਜਾਂਦੀ ਹੈ। ਸੋ ਇਹਦੇ ਵਿੱਚ ਤੁਸੀਂ ਸਪਸ਼ਟ ਦੇਖ ਸਕਦੇ ਜੇ ਕਿ ਇਹਦੇ ਵਿੱਚ ਇੱਕ ਸੰਖਿਆ ਇਕੱਲੀ ਰਹਿ ਗਈ ਹੈ, ਬਾਕੀ ਸਾਰੇ ਜੋੜੇ ਬਣਦੇ ਪਏ ਆ, ਇਹਦੇ ਵਿੱਚ ਸਾਰੇ ਜੋੜੇ ਹੀ ਆ। ਸੋ ਇਸ ਨੂੰ ਆਪਾਂ ਕੀ ਕਵਾਂਗੇ, ਜਿਸਤ ਸੰਖਿਆ, ਔਰ ਇਹਨੂੰ ਕੀ ਕਵਾਂਗੇ, ਟਾਂਗ ਸੰਖਿਆ। ਹੁਣ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਜਿਸਤ ਅਤੇ ਟਾਂਗ ਸੰਖਿਆ ਕੀ ਹੁੰਦੀ ਹੈ। ਜਿਸ ਤਰ੍ਹਾਂ ਕਿ ਥੱਲੇ ਦਰਸਾਇਆ ਗਿਆ ਹੈ, ਤੁਹਾਡੇ ਸਾਹਮਣੇ ਬਿਲਕੁਲ ਉੱਪਰ ਵਾਲੀ ਕੰਡੀਸ਼ਨ ਹੀ ਹੈ ਜਿਹੜੀ ਮੈਂ ਤੁਹਾਨੂੰ ਹੁਣੇ ਉੱਪਰ ਸਮਝਾ ਕੇ ਆਇਆ, ਕੋਈ ਵੱਖਰੀ ਗੱਲ ਨਹੀਂ, ਸਾਰਾ ਕੁਝ ਉਹੀ ਹੈ। ਠੀਕ ਹੈ, ਇਸ ਤੋਂ ਇਲਾਵਾ ਤੁਸੀਂ ਹੋਰ ਉਦਾਹਰਨਾਂ ਵੀ ਲੈ ਸਕਦੇ ਹੋ, 4 ਵੀ ਲੈ ਸਕਦੇ ਹੋ, 9 ਵੀ ਲੈ ਸਕਦੇ ਹੋ, 6 ਲੈ ਸਕਦੇ ਹੋ, 11 ਲੈ ਸਕਦੇ ਹੋ। ਤੁਸੀਂ ਦੇਖਣਾ ਹੈ ਕਿ ਜਿਸਤ ਅਤੇ ਟਾਂਗ ਸੰਖਿਆ ਕਿਹੜੀ ਹੁੰਦੀ ਹੈ। ਸੋ ਚਲੋ ਅਗਲੇ ਪੇਜ 'ਤੇ ਚੱਲਦੇ ਹਾਂ। ਹੁਣ ਅਸੀਂ ਬੱਚੇ ਪੇਜ ਨੰਬਰ 61 'ਤੇ ਆ ਗਏ ਹਾਂ। ਹੁਣ ਗਤੀਵਿਧੀ ਕਰਾਂਗੇ ਆਪਾਂ ਕਿ ਆਪਾਂ 5 ਬਿੰਦੀਆਂ ਲਵਾਂਗੇ, ਇਹਦੀ ਜੋੜੀ ਨਹੀਂ ਬਣਦੀ, ਇਹਦਾ ਮਤਲਬ ਇਹ ਹੈ ਕਿ ਇਹ ਟਾਂਗ ਸੰਖਿਆ ਹੈ। ਪਰ ਕਿਉਂਕਿ ਆਪਾਂ 3 ਅੰਕਾਂ ਦੀ ਇੱਕ ਸੰਖਿਆ ਲਈ ਹੈ ਜਿਸ ਨੂੰ ਆਪਾਂ 175 ਕਿਹਾ ਹੈ, 175 ਸੰਖਿਆ ਹੈ। ਇਸ ਦਾ ਸੌਖਾ ਢੰਗ ਹੈ ਕਿ ਇਸ ਨੂੰ ਜਿਸਤ ਕਿਹਾ ਜਾਵੇ ਕਿ ਟਾਂਗ ਕਿਹਾ ਜਾਵੇ। ਇਹਦਾ ਸੌਖਾ ਢੰਗ ਇਹ ਹੈ ਕਿ ਜਿਹੜੀ ਇਕਾਈ ਅੰਕ ਵਾਲੀ ਸੰਖਿਆ ਹੈ, ਮਤਲਬ ਕਿ ਜਿਹੜੀ 5 ਹੈ, ਉਸ ਨੂੰ ਤੁਸੀਂ ਇਸ ਬਿੰਦੂਆਂ ਰਾਹੀਂ ਅੰਕਿਤ ਕਰਕੇ ਦੇਖ ਸਕਦੇ ਹੋ। ਅਗਰ ਇੱਥੇ ਇਕੱਲੀ ਬਣਦੀ ਹੈ ਤਾਂ ਉਹ ਟਾਂਗ ਹੈ, ਅਗਰ ਜੋਟੇ ਬਣਦੇ ਨੇ ਤਾਂ ਉਹ ਜਿਸਤ ਹੈ। ਸੋ ਇਹ ਜਿਹੜੀ ਸੰਖਿਆ ਹੈ 175, ਜਦੋਂ ਅਸੀਂ 5 ਦਾ ਹੱਲ ਕੱਢ ਕੇ ਦੇਖਿਆ ਕਿ ਜਿਸਤ ਹੈ ਕਿ ਟਾਂਗ ਹੈ, ਉੱਥੋਂ ਹੀ ਪਤਾ ਲੱਗ ਗਿਆ ਕਿ ਸਾਨੂੰ ਇਹ ਸੰਖਿਆ ਜਿਹੜੀ ਹੈ ਜਿਸਤ ਹੈ ਕਿ ਟਾਂਗ ਹੈ। ਸੋ ਇਹ ਸੰਖਿਆ ਜਿਹੜੀ ਹੈ ਇਹ ਟਾਂਗ ਸੰਖਿਆ ਹੈ। ਠੀਕ ਹੈ, ਹੁਣ ਤੁਸੀਂ ਕੁਝ ਯਾਦ ਰੱਖਣ ਜੋ ਗੱਲਾਂ ਨੇ, ਇਹ ਯਾਦ ਰੱਖਣੀਆਂ ਨੇ ਬੇਟਾ। ਉਹ ਕੀ ਨੇ ਕਿ 2 ਜਿਸਤ ਸੰਖਿਆਵਾਂ ਦਾ ਜੋੜ ਹਮੇਸ਼ਾ ਜਿਸਤ ਸੰਖਿਆ ਹੁੰਦੀ ਹੈ। ਕਿਸ ਤਰ੍ਹਾਂ, ਮੰਨ ਲਓ ਕੋਈ 2 ਸੰਖਿਆ ਲੈ ਲਓ, ਆਪਾਂ 2 ਜਾਂ 4 ਨਹੀਂ ਲੈਂਦੇ, ਆਪਾਂ ਲੈਂਦੇ ਹਾਂ 6 ਅਤੇ 6। ਤੁਹਾਨੂੰ ਪਤਾ 6 6 ਦੋਵੇਂ ਜਿਸ ਸੰਖਿਆਵਾਂ ਜੋਟੇ ਹੀ ਹੈ ਨਾ। ਇਹ ਦੇਖੋ 1 2 4 ਅਤੇ 2 6, ਇਹਦਾ ਮਤਲਬ ਸਾਰੇ ਕੀ ਹੈ, ਜੋਟੇ ਆ। 6 ਜੋਟਾ ਹੀ ਹੈ, ਤਾਂ ਮਤਲਬ 6 ਨੂੰ 6 ਜੋੜਾਂਗੇ 12, ਇਹ ਵੀ ਤੁਸੀਂ ਦੇਖ ਲਓ, ਇਹ ਵੀ ਜੋਟੇ ਹੀ ਬਣਨਗੇ, ਇਹ ਵੀ ਜਿਸਤ ਸੰਖਿਆ ਬਣ ਜਾਏਗੀ। ਇਹਦਾ ਮਤਲਬ ਇਹ ਕਿ 2 ਜਿਸਤ ਸੰਖਿਆਵਾਂ ਦਾ ਜੋੜ ਹਮੇਸ਼ਾ ਜਿਸਤ ਸੰਖਿਆ ਹੀ ਹੁੰਦੀ ਹੈ। ਹੁਣ ਅਗਲਾ ਦੂਸਰਾ ਜਿਹੜਾ ਤੁਸੀਂ ਯਾਦ ਰੱਖਣਾ ਹੈ, ਕਾਪੀਆਂ 'ਤੇ ਸੋਹਣਾ ਸੋਹਣਾ ਕਰਕੇ ਲਿਖ ਵੀ ਸਕਦੇ ਹੋ ਕਿ 2 ਟਾਂਗ ਸੰਖਿਆਵਾਂ ਦਾ ਜੋੜ ਵੀ ਹਮੇਸ਼ਾ ਜਿਸਤ ਸੰਖਿਆ ਹੁੰਦੀ ਹੈ। ਇਹ ਵੀ ਅਦਭੁਤ ਹੈ, ਹੈਰਾਨ ਕਰਨ ਵਾਲਾ ਹੈ ਕਿ ਜਿਹੜੀਆਂ 2 ਟਾਂਗ ਸੰਖਿਆਵਾਂ ਹੈ ਉਹਨਾਂ ਦਾ ਜਿਹੜਾ ਜੋੜ ਆ ਉਹ ਵੀ ਜਿਸਤ ਹੀ ਹੁੰਦਾ ਹੈ। ਸਪੋਜ਼ ਮੰਨ ਲਓ ਇੱਕ ਸੰਖਿਆ ਲੈਣਾ ਮੈਂ 7, ਇਹ ਸੰਖਿਆ ਨਹੀਂ ਲੈਂਦੇ ਆਪਾਂ। 7 ਟਾਂਗ ਸੰਖਿਆ, 5 ਟਾਂਗ ਸੰਖਿਆ। ਕਿਸ ਤਰ੍ਹਾਂ ਟਾਂਗ ਸੰਖਿਆ ਹੈ, ਕਿਉਂਕਿ ਜੋੜੇ ਨਹੀਂ ਬਣਦੇ। ਆ ਵੇਖੋ 2 ਜੋੜੇ ਬਣ ਗਏ, 3 ਜੋੜੇ ਬਣ ਗਏ, 6 ਅਤੇ 1 ਇਕੱਲਾ ਰਹਿ ਗਿਆ। ਇਹਦਾ ਮਤਲਬ ਇਹ ਕੀ ਹੈ, ਇੱਕ ਟਾਂਗ ਸੰਖਿਆ। ਇਸ ਤਰ੍ਹਾਂ 5 ਵੀ ਇੱਕ ਜਿਹੜੀ ਹੈ ਉਹ ਵੇਖੋ 2 4 ਇਕੱਲਾ ਰਹਿ ਗਿਆ, 5 ਬਣ ਗਏ ਨਾ ਟੋਟਲ, ਪਰ ਦੋਵਾਂ ਦੇ ਵਿੱਚ ਇਹ ਇਕੱਲਾ ਰਹਿ ਗਿਆ, ਟਾਂਗ ਸੰਖਿਆ। ਪਰ ਜਦੋਂ ਆਪਾਂ 7 ਅਤੇ 5 ਨੂੰ ਜੋੜਦੇ ਹਾਂ ਤਾਂ ਇਹ 12 ਬਣ ਜਾਂਦੀ ਹੈ, ਅਤੇ 12 ਜਿਹੜੀ ਹੈ ਉਹ ਜਿਸਤ ਸੰਖਿਆ ਹੈ। ਤੁਸੀਂ ਕਰਕੇ ਵੇਖ ਸਕਦੇ ਹੋ। ਇਸ ਕਰਕੇ ਜਿਸ ਤਰ੍ਹਾਂ ਉਹਨੇ ਕਿਹਾ ਹੈ ਕਿ 2 ਟਾਂਗ ਸੰਖਿਆਵਾਂ ਦਾ ਜੋੜ ਹਮੇਸ਼ਾ ਜਿਸਤ ਸੰਖਿਆ ਹੁੰਦੀ ਹੈ, ਜਿਸ ਤਰ੍ਹਾਂ ਉਹਨੇ ਉਦਾਹਰਨ ਦਿੱਤੀ ਹੋਈ ਹੈ।
तीसरी गल जिहड़ी याद रखने वाली है बच्चों वो ये है कि एक जिस्त अते एक टांग संख्या, एक जिस्त अते एक टांग संख्या का जोड़ हमेशा टांग संख्या होंदी है। ये किस तरह, मान लो मैं छोटी तो छोटी संख्या लेना है, छोटी तो छोटी संख्या 3 जिहड़ी है वो तो एक भी जिहड़ी टांग संख्या है, पर आप इस तो थोड़ी जी वध लवांगे। 3 जिहड़ी टांग संख्या है तो 4 जिहड़ी है साडे को वो जिस्त संख्या है ना। सो 3 ਅਤੇ 4 ਨੂੰ ਜਦੋਂ जोड़ते 7 बन जाती। 7 एक टांग संख्या है। जिन्नियां मर्जी वंडियां संख्यावां लैके वेख लवो, उन्हां दा जोड़ जिहड़ा एक जिस्त ते एक टांग संख्या का जोड़ हमेशा एक टांग संख्या ही होवेगी। ठीक है बच्चे, चंगी तरह इस गल नूं जिहड़ा याद कर लिओ। उस तो अगला है, जेकर किसी संख्या का इकाई का स्थान का अंक, किसी संख्या के इकाई के स्थान का अंक, बेटा इकाई का स्थान तुहानूं पता ही है। मान लो एक संख्या है, मैं एक संख्या लिखदा इत्थे 715 है ना। ਇਹਦਾ इकाई का स्थान किहड़ा होया, इकाई का स्थान ए होया। दहाई का स्थान किहड़ा आया 1 ते सैकड़े का स्थान की होया 7। हुण उसने कहा कि जेकर कि संख्या दे दा इकाई स्थान का अंक ਉਹਦੇ ਉੱਥੇ ਹੋਵੇ 0 2 4 6 8 ਹੋਵੇ ਤਾਂ संख्या जिस्त ਹੋਵੇਗੀ। क्योंकि इत्थे 5 आ, ਇਹਦਾ मतलब ये संख्या टांग है। मैं उपर भी तुहानूं दस्सिया सी कि किस तरह असीं बिंदियां लगा के देख सकते हैं जी जिहड़ा सिंगल अंक है ਜਾਂ इकाई के स्थान पर जिहड़ा अंक है उन्होंने कढ़ के देख सकते हैं कि जिस तक टांग संख्या सारी वड्डी संख्या का नूं करन दी लोड़ ही नहीं, असीं सिर्फ इकाई अंक तो ही वेख सकते हैं। जिस तरह उन्हें दस्सिया हुण इत्थे कि अगर इकाई के स्थान के उत्ते ए डिजिट होण 0 2 4 6 8 तां वो संख्या जिहड़ी है जिस्त होवेगी। जेकर इकाई स्थान का अंक 1 3 5 7 9 होएगा तां की होएगा, 1 3 5 7 9 होएगा तां की होएगा, वो संख्या टांक होवेगी। जिस तरह कि यह उदाहरण तुहाडे सामने है, एक टांक संख्या क्योंकि ये इकाई के स्थान पर एक टांक संख्या है। उस तो अगला, जित संख्या हमेशा 2 नाल वंडी जाती है। ये सारे नूं पता होना चाहिए कि जिस संख्या वही संख्या है जो 2 नाल भाग हो जाएगी। आप थोड़ा जिहा करके देखिए इसनूं। मान लो एक 24 है, ठीक है, ये साढ़े को की है जिस्त संख्या, क्योंकि इसका इकाई का अंक 4 है, मतलब जिस संख्या है। आप इसनूं 2 नाल भाग करांगे तो ये पूरी पूरी वंडी जाएगी। जिस तरह उन्होंने कहा कि जिस संख्या हमेशा 2 नाल वंडी जाती है और 2 हमेशा जित संख्या का गुणनखंड होंदा है। पहलों यह करके देखिए, 2 दूनी 1 दूनी सॉरी 1 दूनी दूनी घटाओ किया 0 आ गया, उपरों 4 उतारिया तो 2 दूनी 4। ठीक है, सो एक ही हो गया साढ़े को पूरा पूरा वंडिया गया ना। तो पूरा पूरा जो वंडिया गया तो एक ही हो गया साढ़े को एक जिस्त संख्या होगी जिहड़ी कि 2 नाल पूरी पूरी वंडी जाती है। अते 2 हमेशा जिस संख्या का गुणनखंड होंदा है। तो जिहड़ा 2 आ वो जिस संख्या जिहड़ी है तो गुणनखंड होएगा, यानी कि 24 का 2 जिहड़ा गुणनखंड है। ठीक है, 2 गुणा 12 बराबर 24। लगी समझ बेटा। चलो अगे चलते हैं। हुण देखो उदाहरण नंबर 1 कि 45 9 का गुणज है। कोई भी बेटा संख्या होवे वो दिती हुई संख्या की गुणज होवेगी जदों कि वो पूरी पूरी वंडी जाएगी। फिर तो समझो कोई भी संख्या होवे, मान लो एक संख्या है वो है 28। ठीक है, मैं यह संख्या नहीं लै रहा, मैं अपने कोलों संख्या लै रहा। मान लो एक 28 संख्या होवे तो आप देखना होवे कि वो 7 का गुणज है कि नहीं है। आप इनू की करांगे, 28 नूं 7 नाल भाग करके वेखांगे, जे पूरी पूरी वंडी जाएगी तो 7 का गुणज होएगी। हुण 7 चौके 28 होंदे, सानूं पता है थल्ले कुछ नहीं बचा। इसदा मतलब जिहड़ा 28 है सॉरी 7 है, जिहड़ा 28 जिहड़ा वै सॉरी वो 7 का गुणज है। ठीक है, 28 जिहड़ा 7 का गुणज है। ठीक है, और 7 जिहड़ा है गुणनखंड है। लगी समझ। जे थल्ले पूरा पूरा 0 बजे इट मीनस कि वो एक संख्या जिहड़ी दूजी संख्या का गुणज होवेगी। अगे चलते हैं।
ਹੁਣ ਬੇਟਾ ਇੱਥੇ ਉਦਾਹਰਨਾਂ ਦਿੱਤੀਆਂ ਗਈਆਂ ਨੇ, ਤੁਸੀਂ ਉਦਾਹਰਨਾਂ ਦੀ ਮਦਦ ਨਾਲ ਸਮਝ ਸਕਦੇ ਹੋ। ਅਗਰ ਦਿੱਤੀ ਹੋਈ ਸੰਖਿਆ 82 ਹੈ, ਠੀਕ ਹੈ, ਕੀ ਉਹ 8 ਦਾ ਗੁਣਜ ਹੈ? ਤੇ ਆਪਾਂ 82 ਨੂੰ 8 ਨਾਲ ਕੀ ਕਰਾਂਗੇ? ਭਾਗ ਕਰਕੇ ਦੇਖਾਂਗੇ। ਅਗਰ ਪੂਰਾ ਪੂਰਾ ਆ ਜਾਏਗਾ ਤੇ ਗੁਣਜ ਹੋਏਗਾ, ਅਗਰ ਪੂਰਾ ਪੂਰਾ ਨਹੀਂ ਵੰਡਿਆ ਜਾਏਗਾ, ਭਾਗ ਨਹੀਂ ਹੋਏਗਾ ਤੇ ਉਹ ਗੁਣਜ ਨਹੀਂ ਹੋਏਗਾ। ਹੁਣ 2 ਥੱਲੇ ਬਾਕੀ ਬਚ ਗਏ ਭਾਗ ਕਰਨ ਤੇ, ਇਹਦਾ ਮਤਲਬ 82 8 ਨਾਲ ਪੂਰਾ ਨਹੀਂ ਵੰਡਿਆ ਜਾਂਦਾ, ਇਸ ਲਈ 82 8 ਦਾ ਗੁਣਜ ਨਹੀਂ ਹੋਏਗਾ। ਠੀਕ ਹੈ। ਅੱਗੇ ਉਹ ਪੁੱਛ ਰਿਹਾ ਹੈ ਕਿ 9 ਦੇ ਪਹਿਲੇ 4 ਗੁਣਜ ਲਿਖੋ। ਜਦੋਂ ਪਹਿਲੇ 4 ਗੁਣਜ ਪੁੱਛੇ ਗਏ ਹੋਣ ਕਿਸੇ ਵੀ ਸੰਖਿਆ ਦੇ ਤਾਂ ਉਹ ਉਸ ਦਾ ਪਹਾੜਾ ਜਾਂ ਟੇਬਲ ਹੁੰਦਾ ਹੈ। ਪਤਾ ਨਾ, ਗੁਣਜ ਦਾ ਮਤਲਬ ਕੀ ਹੁੰਦਾ? ਟੇਬਲ ਜਾਂ ਪਹਾੜੇ। ਠੀਕ ਹੈ। ਹੁਣ ਮੈਂ ਤੁਹਾਨੂੰ ਕਹਾਂ ਕਿ 2 ਦੇ 10 ਤੱਕ ਗੁਣਜ ਲਿਖੋ, ਠੀਕ ਹੈ, ਤੇ ਤੁਸੀਂ 2 ਦਾ ਟੇਬਲ ਲਿਖ ਦੋਗੇ, 2 ਦਾ ਪਹਾੜਾ ਲਿਖ ਦੋਗੇ, 10 ਤੱਕ ਉਹਦੇ ਗੁਣਜ ਹੋ ਜਾਣਗੇ। ਜਿਸ ਤਰ੍ਹਾਂ ਉਹਨੇ ਕਿਹਾ ਕਿ 9 ਦੇ ਪਹਿਲੇ 4 ਗੁਣਜ ਲਿਖੋ ਤੇ 9 ਦੇ ਪਹਾੜੇ ਦੇ 4 ਤੱਕ ਆਪਾਂ ਪਹਿਲਾਂ ਪਹਾੜਾ ਪੜ੍ਹ ਦਾਂਗੇ ਤੇ ਉਹ ਗੁਣਜ ਬਣ ਜਾਣਗੇ। ਜਿਸ ਤਰ੍ਹਾਂ 9 ਦੇ ਪਹਿਲੇ 4 ਗੁਣਜ ਕਿਹੜੇ ਬਣ ਗਏ ਗੁਣਾ ਕਰਨ ਤੇ? 9 18 27 ਤੇ 36, ਕਿਉਂਕਿ 9 1 9, 9 2 18, 9 3 27 ਤੇ 9 ਚੌਕੇ 36। ਇਸ ਤਰ੍ਹਾਂ ਅੱਗੇ ਨੇ ਕਿਹਾ 12 ਦੇ ਸਾਰੇ ਗੁਣਨਖੰਡ ਲਿਖੋ। ਹੁਣ ਇੱਥੇ ਥੋੜ੍ਹਾ ਜਿਹਾ ਸਮਝਣ ਵਾਲੀ ਗੱਲ ਹੈ, ਜਦੋਂ ਸਾਰੇ ਗੁਣਨਖੰਡ ਪੁੱਛੇ ਨੇ, ਉੱਪਰ ਗੁਣਜ ਪੁੱਛੇ ਸੀ, ਹੁਣ ਥੱਲੇ ਗੁਣਨਖੰਡ ਪੁੱਛੇ ਨੇ, ਤੇ ਗੁਣਨਖੰਡ ਬਣਾਉਣ ਵਾਲੇ ਆਪਾਂ ਉਹਨੇ ਪੁੱਛੇ ਆ 12 ਦੇ, ਤੇ ਆਪਾਂ 12 ਦੇ ਸਾਰੇ ਲਿਖਾਂਗੇ। ਇੱਕ ਗੱਲ ਯਾਦ ਰੱਖਿਓ, ਸੰਖਿਆ ਖੁਦ ਅਤੇ ਇੱਕ ਅਤੇ ਖੁਦ ਸੰਖਿਆ, ਮੰਨ ਲਓ 12 ਪੁੱਛੀ ਹੈ ਤੇ ਖੁਦ 12, ਇਹ ਇਹਦੇ ਗੁਣਨਖੰਡ ਹੋਣਗੇ ਹੀ ਹੋਣਗੇ। ਕੋਈ ਵੀ ਸੰਖਿਆ ਹੋਵੇ ਉਹਦਾ ਇੱਕ ਤੇ ਉਹ ਸੰਖਿਆ ਖੁਦ, ਉਹ ਦੋਵੇਂ ਜਿਹੜੇ ਆ ਉਹ ਗੁਣਨਖੰਡ ਉਸੇ ਆਪਣੇ ਆਪ ਦੇ ਵੀ ਹੋਣਗੇ। ਹੁਣ ਉਹਨੇ 12 ਦੇ ਸਾਰੇ ਗੁਣਨਖੰਡ ਲਈ ਕਿਹਾ, ਹੁਣ ਆਪਾਂ 12 ਦੇ ਸਾਰੇ ਗੁਣਨਖੰਡ ਲਿਖਾਂਗੇ। 1 12 12, 2 ਛਿੱਕੇ 12, 3 ਚੌਕੇ 12। ਫਿਰ ਇੱਥੋਂ ਰਿਪੀਟ ਹੋਏਗਾ ਨਾ, ਲਿਖਿਆ ਵੀ ਇਹ ਦੁਹਰਾਈ ਹੋ ਰਹੀ ਹੈ ਕਿਉਂਕਿ ਇਸ ਤੋਂ ਅੱਗੇ ਜਿਹੜਾ ਹੈ ਉਹ 4 ਦੇ ਟੇਬਲ 'ਚ ਆਉਂਦਾ ਹੈ ਤੇ 4 ਦੇ ਪਹਾੜੇ ਦੇ ਵਿੱਚ ਜਦੋਂ ਆਉਂਦਾ ਹੈ ਤਾਂ ਰਿਪੀਟ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਇੱਥੋਂ ਉਹ ਉਲਟ ਜਾਣਾ ਸ਼ੁਰੂ ਹੋ ਜਾਂਦਾ ਹੈ। ਦੇਖੋ 4 ਦਾ, ਫਿਰ 6 ਦਾ, ਤੇ ਫਿਰ 12 ਦਾ, ਇੱਥੇ 4 6 ਤੇ 12। ਠੀਕ ਹੈ ਨਾ। ਸੋ ਇਸ ਦੇ ਗੁਣਨਖੰਡ ਡਬਲ ਤੇ ਸੇਮ ਹੀ ਹੁੰਦੇ ਆ। ਠੀਕ ਹੈ, ਜਿਸ ਤਰ੍ਹਾਂ ਕਿ ਲਿਖੇ ਹੋਏ ਆ 1 2 3 4 6 ਅਤੇ 12 ਇਹਦੇ ਗੁਣਨਖੰਡ ਹਨ। ਠੀਕ ਹੈ ਬੱਚਿਓ। ਇਸ ਤੋਂ ਅੱਗੇ ਹੈ ਕਿ ਅਸੀਂ ਇਸ ਨੂੰ ਭਾਗ ਵਿਧੀ ਨਾਲ ਕਿਸ ਤਰ੍ਹਾਂ ਵੇਖ ਸਕਦੇ ਹਾਂ। ਭਾਗ ਵਿਧੀ ਨਾਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਉਹਨਾਂ ਨੇ ਪਹਾੜਾ ਪੜ੍ਹਿਆ ਵਾ, ਅਸੀਂ ਇਸ ਨੂੰ ਉਸੇ ਟੇਬਲ ਦੇ ਵਿੱਚ ਉਸੇ ਪਹਾੜੇ ਦੇ ਵਿੱਚ ਭਾਗ ਕਰਕੇ ਦੇਖ ਲਵਾਂਗੇ। ਜਿਸ ਤਰ੍ਹਾਂ 1 ਤੇ ਗਈ ਹੈ, ਪਹਿਲਾਂ ਤੁਹਾਡੇ ਸਾਹਮਣੇ ਹੀ ਹੈ, ਤਾਂ 1 ਦੇ 12 ਨੂੰ 1 ਤੇ ਤਕਸੀਮ ਕਰ ਦਾਂਗੇ, 12 ਨੂੰ 2 ਤੇ ਕਰਾਂਗੇ, 3 ਤੇ ਕਰਾਂਗੇ, 12 ਨੂੰ 4 ਤੇ, 12 ਨੂੰ 6 ਤੇ 12 ਨੂੰ 12 ਤੇ। ਇਸ ਤਰ੍ਹਾਂ ਸਾਨੂੰ ਪਤਾ ਲੱਗ ਜਾਏਗਾ ਕਿ 12 ਦੇ ਕਿੰਨੇ ਸਾਰੇ ਗੁਣਨਖੰਡ ਜਿਹੜੇ ਨੇ ਉਹ ਸਾਡੇ ਸਾਹਮਣੇ ਆ ਜਾਣਗੇ। ਠੀਕ ਹੈ ਬੱਚਿਓ। ਜਿਸ ਤਰ੍ਹਾਂ ਕਿ ਇਹ 12 ਦੇ ਗੁਣਨਖੰਡ ਇਹ ਸਾਰੇ ਦੇ ਸਾਰੇ ਜਿਹੜੇ ਆ ਉਹ ਤੁਹਾਡੇ ਸਾਹਮਣੇ ਪਹਿਲਾਂ ਉਹਨਾਂ ਨੇ ਬਣਾ ਕੇ ਸਾਰੇ ਦੱਸ ਦਿੱਤੇ ਹੋਏ ਆ, ਜਿਹੜੇ ਕਿ ਮੈਂ ਤੁਹਾਨੂੰ ਉੱਪਰ ਪਹਿਲਾਂ ਹੀ ਦੱਸ ਚੁੱਕਾ ਹਾਂ। ਇਸ ਤੋਂ ਅੱਗੇ ਹੈ ਕਿ 8 72 ਦਾ ਗੁਣਨਖੰਡ ਹੈ, ਤਾਂ ਆਪਾਂ 72 ਨੂੰ 8 ਨਾਲ ਭਾਗ ਦੇਵਾਂਗੇ ਕਿਉਂਕਿ ਇਹ ਪੂਰਾ ਆ ਗਿਆ ਹੈ, ਪੂਰਾ ਵੰਡਿਆ ਗਿਆ ਹੈ। 8 ਨਾਮ 72 ਹੁੰਦੇ ਆ, ਇਹਦਾ ਮਤਲਬ ਇਹ ਕਿ 72 8 ਨਾਲ ਪੂਰਾ ਵੰਡਿਆ ਜਾਂਦਾ ਹੈ, ਇਸ ਲਈ 8 72 ਦਾ ਗੁਣਨਖੰਡ ਹੋਵੇਗਾ। ਠੀਕ ਹੈ ਬੱਚਿਓ। ਸੋ ਇਹ ਸੀ ਬੱਚਿਓ ਜਿਸਤ ਅਤੇ ਟਾਂਕ ਸੰਖਿਆਵਾਂ ਬਾਰੇ ਸੰਪੂਰਨ ਜਾਣਕਾਰੀ। ਇਹਨਾਂ ਦੇ ਫਾਰਮੂਲੇ ਜਿਹੜੇ ਤੁਸੀਂ ਲਿਖਣੇ ਆ ਕਿ 2 ਜਿਸ ਸੰਖਿਆਵਾਂ ਦਾ ਜੋੜ ਜਿਸਤ ਹੁੰਦਾ ਹੈ, 1 ਟਾਂਕ ਅਤੇ 1 ਜਿਸ ਸੰਖਿਆਵਾਂ ਦਾ ਜੋੜ ਜਿਹੜਾ ਹੈ ਉਹ ਟਾਂਕ ਹੁੰਦਾ ਹੈ, 2 ਟਾਂਕ ਸੰਖਿਆਵਾਂ ਮਿਲ ਕੇ 1 ਜਿਸ ਸੰਖਿਆ ਬਣ ਜਾਂਦੀ ਹੈ। ਠੀਕ ਹੈ। ਸੋ ਤੁਸੀਂ ਲਿਖਣਾ ਵੀ ਹੈ ਕਾਪੀਆਂ 'ਤੇ। ਅਗਲੀ ਆਪਾਂ ਜਿਹੜੀ ਵੀਡੀਓ ਹੈ ਉਹਦੇ ਵਿੱਚ ਅਭਿਆਸ 3 ਦੀ 1 ਸ਼ੁਰੂ ਕਰਾਂਗੇ, ਜਿਹਦੇ ਵਿੱਚ ਆਪਾਂ ਗੁਣਜ ਲਿਖਾਂਗੇ ਪਹਿਲਾਂ, ਫਿਰ ਗੁਣਨਖੰਡ ਵੀ ਲੱਭਾਂਗੇ। ਠੀਕ ਹੈ। ਸੋ ਇਸ ਵੀਡੀਓ ਨੂੰ ਅਧਿਆਪਕ ਸਾਥੀ ਜ਼ਰੂਰ ਸ਼ੇਅਰ ਕਰਨ ਜੀ, ਬੱਚਿਆਂ ਤੱਕ ਪੁੱਜਦੀ ਕਰਨ ਜੋ ਕਿ 5ਵੀਂ ਕਲਾਸ ਦੇ ਵਿਦਿਆਰਥੀ ਨੇ, ਤਾਂ ਕਿ ਉਹਨਾਂ ਦੀ ਮਦਦ ਜਿਹੜੀ ਆ ਉਹ ਹੋ ਸਕੇ। ਸੋ ਵੀਡੀਓ ਨੂੰ ਮੈਂ ਵਾਈਂਡ ਅਪ ਕਰਦਾ ਹਾਂ ਜੀ। ਆਲ ਇਨ ਆਲ
ਬਹੁਤ ਮਜ਼ਾ ਆਇਆ ਮੈਨੂੰ ਇਸ ਵੀਡੀਓ ਬਣਾਉਣ ਦੇ ਵਿੱਚ, ਕਿਉਂਕਿ ਜਦੋਂ 5ਵੀਂ ਕਲਾਸ ਦੇ ਵਿਦਿਆਰਥੀ ਇਸ ਨੂੰ ਦੇਖਣਗੇ ਤਾਂ ਆਨੰਦ ਵੀ ਮਾਣਨਗੇ, ਕਿਉਂਕਿ ਮੈਂ ਕੁਝ ਦੇਸੀ ਉਦਾਹਰਨਾਂ ਦਿੱਤੀਆਂ ਹਨ, ਦੇਸੀ ਖੇਡਾਂ ਦੀ ਗੱਲ ਕੀਤੀ ਹੈ ਜਿਹੜੀ ਕਿ ਬੱਚਿਆਂ ਨੂੰ ਚੰਗੀ ਲੱਗੇਗੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।